सत श्री अकाल जी सारिਆਂ ਦਾ ਕੀ ਹਾਲ ਚਾਲ ਹੈ ठीक ठाक हो। हाँ जी ਅੱਜ ਦਾ ਆਪਣਾ ਟੌਪਿਕ ਸ਼ੁਰੂ ਕਰਨ ਲੱਗੇ ਹਾਂ। ਕੱਲ ਥਿਊਰੀ ਵਾਈਜ਼ ਜਿਹੜਾ ਇਹ ਆਪਣਾ ਕੈਮੀਕਲ ਕਾਈਨੈਟਿਕਸ ਚੈਪਟਰ ਜਿਹੜਾ ਕੰਪਲੀਟ ਹੋ ਗਿਆ ਸੀ। ਅੱਜ ਇਹਦੇ ਕੁਝ ਕੈਟਾਗਰੀ ਜਿਹੜੀ ਹੈਗੀਆਂ ਨੇ ਨਿਊਮੈਰੀਕਲ ਦੀਆਂ ਆਪਾਂ ਡਿਸਕਸ ਕਰਦੇ ਹਾਂ। ਸਟਾਰਟਿੰਗ ਕਰਦਾ ਮੈਂ ਸਭ ਤੋਂ ਪਹਿਲਾਂ ਫਸਟ ਕੁਐਸਚਨ ਦੀ ਗੱਲ ਕਰਦਾ। ਫਸਟ ਕੁਐਸਚਨ ਦੇ ਵਿੱਚ ਕੀ ਹੈ, ਕੁਐਸਚਨ ਬਿਲਕੁਲ ਸਿੰਪਲ ਸਿਸਟੇਮੈਟਿਕ ਆਪਾਂ ਜਿਹੜੀਆਂ ਇਹਨਾਂ ਦੀਆਂ ਵੈਰਾਈਟੀਜ਼ ਜਿਹੜੇ ਹੈਗੀਆਂ ਨੇ ਕੈਟਾਗਰੀਜ਼ ਦੀ ਸਟੱਡੀ ਕਰਾਂਗੇ। ਪਹਿਲੇ ਦੇ ਵਿੱਚ ਆਪਾਂ ਲੈਂਦੇ ਹਾਂ ਸਿੰਪਲ ਕੁਐਸਚਨ ਆ, ਕਹਿੰਦਾ ਫਾਈਂਡ ਆਰਡਰ ਆਫ ਫ੍ਰੈਕਸ਼ਨ ਫਰੋਮ ਦਾ ਫੋਲੋਇੰਗ, ਮਤਲਬ ਰੇਟ ਐਕਸਪ੍ਰੈਸ਼ਨ ਜਿਹੜਾ ਹੈਗਾ ਕੀ ਹੈਗਾ, ਰੇਟ ਇਜ਼ ਇਕੁਅਲ ਟੂ ਕੇ ਇੰਟੂ ਏ ਕੰਸਨਟ੍ਰੇਸ਼ਨ ਹੈ, ਬੀ ਕੰਸਨਟ੍ਰੇਸ਼ਨ ਹੈ ਕਿਸੇ ਵੀ ਰੈਕਟੈਂਟ ਦੀ, ए रेस टू पावर 3/2 है, बी रेस टू पावर -1 है। ਹੁਣ ਆਪਾਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਆਰਡਰ ਆਫ ਫ੍ਰੈਕਸ਼ਨ ਕੀ ਹੁੰਦਾ, ਸਮ ਆਫ ਸਟੈਚੋਮੈਟ੍ਰਿਕ ਜਾਂ ਸਮ ਆਫ ਕੋਫੀਸ਼ੀਐਂਟਸ ਹੁੰਦਾ ਹੈ। ਹੁਣ ਇੱਥੇ ਕੋਫੀਸ਼ੀਐਂਟ ਕਿਹੜੇ ਨੇ, ਜਿਹੜੇ ਰੇਟ ਲਾਅ ਐਕਸਪ੍ਰੈਸ਼ਨ ਯੂਜ਼ ਹੁੰਦੇ ਨੇ 3/2 ਤੇ -1 ਦੋ ਕੋਫੀਸ਼ੀਐਂਟ ਨੇ। ਇਹਨਾਂ ਦੋਨਾਂ ਨੂੰ ਮੈਂ ਪਲੱਸ ਕੀਤਾ ਤਾਂ ਨੈਟ ਰਿਜ਼ਲਟੈਂਟ ਹਾਫ ਆ ਗਿਆ। 3/2 ਪਲੱਸ -1 ਇਜ਼ ਇਕੁਅਲ ਟੂ 3/2 -1, मतलब 1.5 -1 कितना हो गया, हाफ हो गया। तो हाफ ऑर्डर रिएक्शन हो गई। थोड़े याद होवे ऑर्डर ते मॉलिकुलैरिटी दे विच मैं बेसिक डिफरेंस दे विच लिखाया सीगा ऑर्डर कैन बी इन फ्रैक्शन। तो इत्थों प्रूव हो गया कि ऑर्डर फ्रैक्शन च भी हो सकता है। ठीक है जी। नैक्सट कैटागरी सैकेंड क्वेश्चन की मैं गल करदा। ਇਹਦੇ ਵਿੱਚ ਕੀ ਹੋਊਗਾ, ਕਹਿੰਦਾ ਰੇਟ ਲਾਅ ਦਿੱਤਾ ਹੋਇਆ ਕਿਸੇ ਰਿਐਕਸ਼ਨ ਦਾ, ਆਪਾਂ ਨੂੰ ਨਹੀਂ ਪਤਾ ਰਿਐਕਸ਼ਨ ਕੀ ਹੈਗੀ, ਬਟ ਉਸ ਰਿਐਕਸ਼ਨ ਦੇ ਵਿੱਚ ਜਿਹੜੇ ਰਿਐਕਟੈਂਟ ਨੇ ਉਹ 3 ਰਿਐਕਟੈਂਟ ਨੇ A B ਤੇ C। ਉਸ ਰਿਐਕਸ਼ਨ ਦਾ ਰੇਟ ਲਾਅ ਆਪਾਂ ਨੂੰ ਦਿੱਤਾ ਹੋਇਆ, ਕਹਿੰਦਾ ਰੇਟ ਇਜ਼ ਇਕੁਅਲ ਟੂ K ਇੰਟੂ A ਦੀ ਕੰਸਨਟ੍ਰੇਸ਼ਨ, B ਦੀ ਮੋਲਰ ਕੰਸਨਟ੍ਰੇਸ਼ਨ ਤੇ C ਦੀ ਮੋਲਰ ਕੰਸਨਟ੍ਰੇਸ਼ਨ ਦਾ ਸਕੁਅਰ। ਇਹ ਆਪਾਂ ਨੂੰ ਰੇਟ ਦਿੱਤਾ ਹੋਇਆ। ਕਹਿੰਦਾ ਫਾਈਂਡ ਰੇਟ ਆਫ ਫਾਈਂਡ ਕੀ ਕਹਿੰਦਾ ਹੈਗਾ, rate of reaction when concentration of A, B and C are tripled। ਤਿੰਨਾਂ ਦੀ ਕੰਸਨਟ੍ਰੇਸ਼ਨ 3 ਗੁਣਾ ਕਰਤੀ, ਟ੍ਰਿਪਲ ਕਰਤੀ ਤਾਂ ਆਪਣਾ ਆਰਡਰ ਜਿਹੜਾ ਹੈਗਾ ਕੀ ਬਣ ਜਾਊਗਾ, ਰੇਟ ਆਫ ਫ੍ਰੈਕਸ਼ਨ ਕੀ ਹੋ ਜਾਊਗੀ, ਇਹ ਇਹਨਾਂ ਨੇ ਕਿਹਾ। ਤਾਂ ਆਪਾਂ ਨੂੰ ਇੱਕ ਗੱਲ ਦਾ ਪਤਾ ਕਿ ਰੇਟ ਆਫ ਫ੍ਰੈਕਸ਼ਨ ਕੀ ਹੁੰਦਾ, K ਇੰਟੂ ਕੰਸਨਟ੍ਰੇਸ਼ਨ, ਜੋ ਆ ਮੇਨ ਇਕੁਏਸ਼ਨ ਹੈ ਹੀ ਲਿਖੀ ਹੋਈ ਹੈ। ਹੁਣ 3 ਗੁਣਾ ਕਰਤੀ ਤਾਂ ਮੈਂ ਤਿੰਨਾਂ ਦੇ ਅੱਗੇ 3 ਕੀਤਾ, 3A 3B ਤੇ 3C। ਇਹਨੂੰ ਫਿਰ ਅੱਗੇ ਜਦੋਂ ਖੋਲੋਗੇ ਤੁਸੀਂ, ਮਤਲਬ ਇਹਨੂੰ ਅਲੱਗ-ਅਲੱਗ ਕਰੋਗੇ, K ਐਜ਼ ਇਟ ਇਜ਼ ਰਹੂਗਾ, 3 ਬਾਹਰ ਆ ਗਿਆ ਮੋਲਰ ਕੰਸਨਟ੍ਰੇਸ਼ਨ A, 3 ਬਾਹਰ ਆ ਗਿਆ ਮੋਲਰ ਕੰਸਨਟ੍ਰੇਸ਼ਨ B, 3 ਦਾ ਸਕੁਅਰ 9 ਬਾਹਰ ਆ ਗਿਆ ਕੰਸਨਟ੍ਰੇਸ਼ਨ ਦਾ ਸਕੁਅਰ। ਹੁਣ ਆਪਾਂ ਨੋਟ ਕਰ ਸਕਦੇ ਹਾਂ K ਇੰਟੂ 3 ਇੰਟੂ 3 ਇੰਟੂ 9, ਬਾਕੀ A B ਤੇ C ਦਾ ਸਕੁਅਰ। A B ਤੇ C ਦਾ ਸਕੁਅਰ ਕੀ ਹੈ, ਪਿਛਲੀ ਰਿਐਕਸ਼ਨ ਹੈ ਤੇ ਇਹਦੀ ਵੈਲਿਊ ਕਿੰਨੀ ਬਣਦੀ ਹੈ ਕਿ 81। ਕਹਿ ਸਕਦੇ ਹਾਂ ਕਿ ਜਿਹੜਾ ਰੇਟ ਆਫ ਰਿਐਕਸ਼ਨ 81 ਟਾਈਮ ਹੋ ਗਿਆ ਜਦੋਂ ਕੰਸਨਟ੍ਰੇਸ਼ਨ ਇਹਨਾਂ ਦੀ ਟ੍ਰਿਪਲ ਹੋਈ ਹੈ। ਬਸ ਆਹੀ ਕੁਐਸਚਨ ਸੀ ਕਿ ਦੱਸੋ ਰੇਟ ਆਫ ਰਿਐਕਸ਼ਨ ਕਿੱਦਾਂ ਚੇਂਜ ਹੁੰਦਾ ਜੀ। ਠੀਕ ਹੈ। ਥਰਡ ਕੈਟਾਗਰੀ ਤੇ ਉੱਤੇ ਆ ਗਏ ਆਪਾਂ, ਇਹਨੂੰ ਥੋੜ੍ਹਾ ਧਿਆਨ ਨਾਲ ਸਮਝੋ, ਇਹ ਨਵੀਂ ਕੈਟਾਗਰੀ ਹੈ ਥੋੜ੍ਹੀ ਜਿਹੀ, ਔਰ ਸਾਰੀਆਂ ਕੈਟਾਗਰੀਜ਼ ਹੀ ਸਟੈਪ ਬਾਏ ਸਟੈਪ ਚੇਂਜ ਹੋਣਗੀਆਂ। ਇਹ ਥੋੜ੍ਹੀ ਜਿਹੀ ਜਿਹੜੀ ਹੈਗੀ ਥੋੜ੍ਹੀ ਜਿਹੀ ਕੰਪਲੈਕਸ ਹੈ। ਇਹ 'ਚ ਇੱਕ ਪੁਆਇੰਟ ਦੱਸਣ ਵਾਲਾ ਉਹ ਜ਼ੋਰ ਪਾਊਂਗਾ। ਪਹਿਲਾਂ ਫਿਲਹਾਲ ਸਟਾਰਟਿੰਗ ਦੇ ਵਿੱਚ ਜਿਹੜਾ ਹੈਗਾ ਸਿੰਪਲ ਹੈ। ਕਹਿੰਦਾ ਫॉर ਏ ਰਿਐਕਸ਼ਨ, ਕੋਈ ਰਿਐਕਸ਼ਨ ਹੈ 2A + B + C ਵਿਲ ਗਿਵ A2B + C। ਇਹ ਰਿਐਕਸ਼ਨ ਹੈ, ਇਹਦੇ ਲਈ ਇਹਨਾਂ ਨੇ ਰੇਟ ਲਾਅ ਜਿਹੜਾ ਦਿੱਤਾ ਹੋਇਆ ਉਹ ਕੀ ਹੈਗਾ, ਰੇਟ ਇਜ਼ ਇਕੁਅਲ ਟੂ K। A ਦੇ ਅਕੋਰਡਿੰਗ ਸਿੰਪਲ A ਰਹਿੰਦਾ, V ਦਾ ਸਕੁਅਰ ਹੋ ਜਾਂਦਾ ਵਿਦ ਇਹਦੇ ਵਿੱਚ K ਦੀ ਵੈਲਿਊ 2 × 10⁻⁻6 ਦਿੱਤੀ ਹੋਈ ਹੈ ਇਸ ਰਿਐਕਸ਼ਨ ਦੇ ਲਈ। ਹੁਣ ਆਪਾਂ ਇੱਥੋਂ ਅਬਜ਼ਰਵ ਕਰ ਰਹੇ ਹਾਂ, ਕਿਉਂਕਿ ਆਪਾਂ ਥਿਊਰੀ ਕੀਤੀ, ਆਪਾਂ ਨੂੰ ਪਤਾ ਹੈ ਕਿ ਰੇਟ ਲਾਅ ਦੇ ਵਿੱਚ ਜਿਹੜਾ C ਨਹੀਂ ਹੀ ਆਇਆ, ਇਹਦਾ ਮਤਲਬ ਰੇਟ ਆਫ ਰਿਐਕਸ਼ਨ C 'ਤੇ ਡਿਪੈਂਡ ਨਹੀਂ ਕਰਦਾ, ਸਿਰਫ A ਤੇ B 'ਤੇ ਕਰਦਾ। A ਸਿੰਪਲ ਡਾਇਰੈਕਟਲੀ ਫਸਟ ਆਰਡਰ ਹੈ, B ਦੇ ਅਕੋਰਡਿੰਗ ਕੀ ਹੋ ਗਿਆ ਉਹ ਸੈਕਿੰਡ ਆਰਡਰ। ਇੰਨੀ ਗੱਲ ਸਮਝ ਆ ਗਈ। ਤਾਂ ਇਹ ਸਟੇਟਮੈਂਟ ਅੱਗੇ ਚੱਲਦੀ ਹੈ। ਕਹਿੰਦੇ ਸਟੇਟਮੈਂਟ ਦੇ ਵਿੱਚ ਫਿਰ ਅੱਗੇ ਆਪਾਂ ਨੂੰ ਇਹ ਕੀ ਕਹਿ ਰਹੇ ਨੇ, ਕਹਿੰਦੇ ਫਾਈਂਡ ਜਿਹੜਾ ਹੈਗਾ ਇਨੀਸ਼ੀਅਲ ਰੇਟ। ਪਹਿਲਾਂ ਤਾਂ ਇਨੀਸ਼ੀਅਲ ਰੇਟ ਫਾਈਂਡ ਕਰਨਾ ਹੈ, ਕਦੋਂ, ਜਦੋਂ ਕਹਿੰਦੇ ਇਨੀਸ਼ੀਅਲ ਰੇਟ ਫਾਈਂਡ ਕਰਨਾ ਹੈ ਕਦੋਂ, ਜਦੋਂ A ਦੀ ਕੰਸਨਟ੍ਰੇਸ਼ਨ 0.1 ਹੈ, B ਦੀ ਕੰਸਨਟ੍ਰੇਸ਼ਨ 0.2 ਹੈ, C ਦੀ ਕੰਸਨਟ੍ਰੇਸ਼ਨ 0.8 ਹੈ। ਇੱਕ ਤਾਂ ਇਹ ਰੇਟ ਫਾਈਂਡ ਕਰਨਾ। ਦੂਸਰਾ ਕਹਿੰਦੇ ਆਲਸੋ ਫਾਈਂਡ ਰੇਟ ਵੈਨ 0.04 ਮੋਲ ਆਫ A ਜਿਹੜੇ ਹੈਗੇ ਨੇ ਰਿਐਕਟ ਕਰ ਜਾਣ। A ਸਟਾਰਟਿੰਗ ਕਿੰਨਾ ਦਿੱਤਾ ਹੈ, 0.1 ਦਿੱਤਾ ਹੈ,
ਇਹਦੇ ਅਕੋਰਡਿੰਗ ਪਹਿਲਾਂ ਜੋ ਪਹਿਲੀ ਵੈਲਿਊ ਦਿੱਤੀ ਉਹਦੇ ਅਕੋਰਡਿੰਗ ਰੇਟ ਫਾਈਂਡ ਕਰ ਲਾਂਗੇ। ਇੱਕ ਹੋਰ ਇਹਦੇ ਚ ਸੈਕੰਡ ਪਾਰਟ ਕੁਐਸਚਨ ਦੇ ਰੱਖਿਆ, ਕਹਿੰਦੇ ਰੇਟ ਤੁਸੀਂ ਫਾਈਂਡ ਕਰਨਾ ਜਦੋਂ ਇਹ ਜਿਹੜਾ ਹੈਗਾ 0.04 ਮੋਲ ਯੂਜ਼ ਹੋ ਜੇ, ਰਿਐਕਟ ਹੋ ਜੇ। ਠੀਕ ਹੈ ਜੀ, ਸਟੇਟਮੈਂਟ ਸਮਝ ਆ ਗਈ। ਤਾਂ ਮੈਂ ਸਟਾਰਟ ਕਰਦਾ। ਪਹਿਲਾ ਤਾਂ ਸਿੰਪਲ ਹੀ ਹੈ, ਆਪਾਂ ਨੂੰ ਪਤਾ ਰੇਟ ਕੀ ਹੁੰਦਾ K × A ਜੋ ਗਿਵਨ ਹੈ ਇਹਦੇ ਅਕੋਰਡਿੰਗ, ਹੈ ਨਾ। ਜੋ ਗਿਵਨ ਆਪਾਂ ਨੂੰ ਰੇਟ = KA/B², ਇਹ ਹੋ ਗਿਆ। ਤਾਂ K ਦੀ ਵੈਲਿਊ ਗਿਵਨ ਹੈ 2 × 10⁻⁻6। ਰੇਟ ਕੀ ਹੋ ਗਿਆ K × A ਦੀ ਵੈਲਿਊ ਮੈਂ ਐਜ਼ ਇਟ ਇਜ਼ 0.1 ਲਿਖਤੀ, B ਦੀ ਵੈਲਿਊ 0.2 ਲਿਖਤੀ, ਉਹਦਾ ਸਕੇਅਰ ਹੋ ਕੇ ਓਵਰਆਲ ਆਪਣਾ ਫਸਟ ਪਾਰਟ ਜਿਹੜਾ ਕੰਪਲੀਟ ਹੋ ਗਿਆ ਸਿੰਪਲ ਕੈਲਕੂਲੇਸ਼ਨ ਨੇ, ਹੈ ਨਾ। ਹੁਣ ਮੈਂ ਗੱਲ ਕਰਦਾ ਜੀ ਸੈਕੰਡ ਪਾਰਟ ਦੀ। ਸੈਕੰਡ ਪਾਰਟ ਦੇ ਵਿੱਚ ਥੋੜ੍ਹਾ ਧਿਆਨ ਨਾਲ ਇਹਨਾਂ ਨੇ ਕੀ ਕਿਹਾ, ਜਦੋਂ ਇਹ 0.04 ਮੋਲ ਜਿਹੜਾ ਹੈਗਾ ਰਿਐਕਟ ਕਰ ਜੇ, ਯੂਜ਼ ਹੋ ਜੇ, ਫਿਰ ਰੇਟ ਫਾਈਂਡ ਕਰਨਾ। ਹੁਣ ਆ ਜਾਓ, ਫਿਰ ਹੁਣ ਆਪਾਂ ਨੂੰ ਇਹਦਾ ਮਤਲਬ ਇਹ 0.04 ਮਿਲੋ ਜਦੋਂ ਯੂਜ਼ ਹੋ ਜੂਗਾ ਤਾਂ ਔਰ ਰੇਟ ਫਾਈਂਡ ਕਰਨ ਦੇ ਲਈ ਦੋ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਇਹਦੇ 'ਚ ਦੋ ਚੀਜ਼ਾਂ ਹੀ ਨੇ, A ਅਤੇ B ਦੇ ਉੱਪਰ ਡਿਪੈਂਡ ਕਰਦਾ। ਤਾਂ A ਅਤੇ B ਦੀ ਆਪਾਂ ਨੂੰ ਮੋਲਰ ਕੰਸਨਟ੍ਰੇਸ਼ਨ ਚਾਹੀਦੀ ਹੈ। A ਦੀ ਮੋਲਰ ਕੰਸਨਟ੍ਰੇਸ਼ਨ ਬੜੀ ਆਸਾਨ ਹੈ, ਇਹ ਚੀਜ਼ ਤੇ ਜ਼ੋਰ ਦੇ ਰਿਹਾ। A ਦੀ ਕੰਸਨਟ੍ਰੇਸ਼ਨ ਬੜੀ ਆਸਾਨ ਹੈ ਕਿਉਂਕਿ ਇਹਨਾਂ ਨੇ ਕਿਹਾ 0.04 ਮੋਲ ਯੂਜ਼ ਹੋ ਗਿਆ, ਤਾਂ ਬਚਿਆ ਕਿੰਨਾ, ਪਹਿਲਾਂ ਕਿੰਨਾ ਸੀ 0.1 - 0.04 0.06 ਜਿਹੜਾ ਹੈਗਾ ਇਹ ਮਿਲ ਗਿਆ ਆਪਾਂ ਨੂੰ। ਰਹਿ ਗਈ ਗੱਲ ਹੁਣ B ਦੀ। ਹੁਣ ਇੱਕ ਗੱਲ ਦਾ ਪਤਾ ਹੈ, ਇਕੁਏਸ਼ਨ ਦੇ ਅਕੋਰਡਿੰਗ A ਦੇ 2 ਮੋਲ ਯੂਜ਼ ਹੁੰਦੇ ਨੇ, ਸਟੈਚੋਮੈਟ੍ਰਿਕ 2 ਹੈ, B ਦਾ 1 ਮੋਲ, ਮਤਲਬ ਦੁੱਗਣਾ ਯੂਜ਼ ਹੋ ਜਾਂਦਾ A B ਨਾਲੋਂ। ਕਹਿਣ ਦਾ ਭਾਵ B ਅੱਧਾ ਯੂਜ਼ ਹੁੰਦਾ ਹੈ A ਨਾਲੋਂ, ਮਤਲਬ ਤਾਂ ਇਹੀ ਹੋ ਗਿਆ। ਜਦੋਂ ਜਿਹੜਾ ਹੈਗਾ ਇੱਥੇ ਆਪਾਂ ਕੁਐਸਚਨ 'ਚ ਆਉਂਦੇ ਹਾਂ, ਜਦੋਂ A 0.04 ਮੋਲ ਯੂਜ਼ ਹੋ ਜਾਊਗਾ ਤਾਂ B ਅੱਧਾ ਯੂਜ਼ ਹੁੰਦਾ, ਕਿੰਨਾ ਯੂਜ਼ ਹੋਊਗਾ 0.02। ਕੀ ਤੁਹਾਨੂੰ ਇਹ ਗੱਲ ਸਮਝ ਆ ਗਈ? ਫੇਰ ਜ਼ੋਰ ਦਿੰਦਾ ਕਿ A ਦਾ ਜਦੋਂ 0.04 ਮੋਲ ਯੂਜ਼ ਹੋਇਆ, B ਦਾ ਉਦੋਂ ਅੱਧਾ ਯੂਜ਼ ਹੋਊ, ਕਿਉਂਕਿ ਇਹ ਰਿਐਕਸ਼ਨ ਦੱਸ ਰਹੀ ਆਪਾਂ ਨੂੰ। A ਦੁੱਗਣਾ ਯੂਜ਼ ਹੁੰਦਾ B ਨਾਲੋਂ, B ਅੱਧਾ ਯੂਜ਼ ਹੁੰਦਾ, ਹਾਫ ਯੂਜ਼ ਹੁੰਦਾ ਐਜ਼ ਕੰਪੇਅਰ ਟੂ A। ਤਾਂ B ਕਿੰਨਾ ਯੂਜ਼ ਹੋਊਗਾ? ਅਗਰ ਉਹ 0.04 ਹੈ ਤਾਂ 0.02 ਮੋਲ ਯੂਜ਼ ਹੋ ਜਾਣਗੇ। ਤਾਂ ਹੁਣ B ਦੀ ਕੰਸਨਟ੍ਰੇਸ਼ਨ ਆਪਾਂ ਕਿਵੇਂ ਫਾਈਂਡ ਕਰਾਂਗੇ? ਇਨੀਸ਼ੀਅਲ ਕੰਸਨਟ੍ਰੇਸ਼ਨ ਕਿੰਨੀ ਹੈ 0.2 ਹੈ, -0.02 ਤਾਂ 0.18 ਬਚ ਗਈ। ਬਸ ਜਦੋਂ ਇਹ ਗੱਲ ਆ ਗਈ ਉਸ ਤੋਂ ਬਾਅਦ ਸਿੰਪਲ ਹੈ, ਰੇਟ ਕੀ ਹੁੰਦਾ ਹੈ K × ਕੰਸਨਟ੍ਰੇਸ਼ਨ। K ਉਹੀ ਵੈਲਿਊ ਕਾਂਸਟੈਂਟ ਰਹੇਗੀ 2 × 10⁻⁻6 ਇੰਟੂ ਕੰਸਨਟ੍ਰੇਸ਼ਨ। A ਦੀ ਕੰਸਨਟ੍ਰੇਸ਼ਨ ਆਪਣੇ ਕੋਲ ਕਿੰਨੀ ਆਈ ਆ 1 - 0.04 0.06 ਆਈ ਆ। B ਦੀ ਕੰਸਨਟ੍ਰੇਸ਼ਨ ਆਪਣੇ ਕੋਲ ਕਿੰਨੀ ਆਈ ਆ 0.18 ਆਈ ਹੈ। ਦੋਨਾਂ ਨੂੰ ਕੈਲਕੂਲੇਟ ਕਰਕੇ ਤਿੰਨਾਂ ਚੀਜ਼ਾਂ ਦਾ ਜਿਹੜਾ ਆਨਸਰ 3.89 10⁻9 ਆਪਣਾ ਜਿਹੜਾ ਹੈਗਾ ਆ ਚੁੱਕਿਆ ਜੀ। ਠੀਕ ਹੈ ਜੀ, ਇਹ ਕੈਟਾਗਰੀ ਵੀ ਕਲੀਅਰ ਹੋ ਗਈ। ਨੈਕਸਟ ਕੈਟਾਗਰੀ ਦੇ ਵਿੱਚ ਚੱਲਦੇ ਆਪਾਂ। ਹਾਂਜੀ, ਨੈਕਸਟ ਕੈਟਾਗਰੀ ਬੜੀ ਇੰਪੋਰਟੈਂਟ ਹੈ। ਮੈਂ ਪਹਿਲਾਂ ਵੀ ਜਦੋਂ ਤੁਹਾਨੂੰ ਕਰਵਾਇਆ ਸੀ ਉੱਥੇ ਮੈਂ ਪੂਰਾ ਜ਼ੋਰ ਦਿੱਤਾ ਸੀ ਕਿ ਇਹਨੂੰ ਧਿਆਨ ਨਾਲ ਸਮਝਿਓ। ਇਨੀਸ਼ੀਅਲ ਰੇਟ ਮੈਥਡ ਵਾਲੀ ਕੈਟਾਗਰੀ 4th ਨੂਮੈਰੀਕਲ ਹੈ ਕੈਟਾਗਰੀ ਦਾ। ਇਨੀਸ਼ੀਅਲ ਰੇਟ ਮੈਥਡ 'ਚ ਇੱਕ ਡਾਟਾ ਤੁਹਾਨੂੰ ਦਿੱਤਾ ਹੋਊਗਾ, ਦੱਸਿਆ ਸੀ ਐਕਸਪੈਰੀਮੈਂਟ 1 2 3 ਕੋਈ ਵੀ 2 ਰਿਐਕਟੈਂਟ ਦਿੱਤੇ ਹੋਣਗੇ। ਮੇਰੇ ਕੋਲ NO ਹੈ, ਨਾਈਟ੍ਰੋਜਨ ਆਕਸਾਈਡ ਅਤੇ ਬ੍ਰੋਮੀਨ ਹੈ, ਅਤੇ ਇਹਨਾਂ ਦਾ ਇਨੀਸ਼ੀਅਲ ਰੇਟ ਹੋਊਗਾ। ਪਹਿਲਾਂ ਕੀ ਸੀ ਫਸਟ ਐਕਸਪੈਰੀਮੈਂਟ ਦੇ ਵਿੱਚ, ਐਕਸਪੈਰੀਮੈਂਟ ਨੰਬਰ ਫਸਟ ਦੇ ਵਿੱਚ NO ਦੀ ਕੰਸਨਟ੍ਰੇਸ਼ਨ 0.10 ਹੈ, Br2 ਦੀ 0.10 ਹੈ, ਅਤੇ ਇਨੀਸ਼ੀਅਲ ਰੇਟ ਕਿੰਨਾ 1.3 10⁻⁻6 ਹੈ। ਸੈਕੰਡ ਐਕਸਪੈਰੀਮੈਂਟ ਦੇ ਵਿੱਚ ਇਹ 0.20 ਹੈ, 0.10 ਹੈ, 5.2 10⁻⁻6 ਹੈ। ਥਰਡ ਦੇ ਵਿੱਚ ਇਹ 0.20 ਹੈ, 0.30 ਹੈ, 1.56 10⁻⁻5 ਹੈ। ਯਾਦ ਰੱਖ ਲਓ। ਇਹਨਾਂ ਨੇ ਕੀ ਕਿਹਾ, ਕਹਿੰਦੇ ਫਾਈਂਡ ਕਰਕੇ ਦੱਸੋ ਸਾਨੂੰ ਆਰਡਰ ਵਿਦ ਰਿਸਪੈਕਟ ਟੂ NO, ਮਤਲਬ ਦੋਨੋਂ ਰਿਐਕਟੈਂਟ ਦੇ ਅਕੋਰਡਿੰਗ NO ਐਂਡ Br2 ਦੇ ਅਕੋਰਡਿੰਗ ਆਰਡਰ ਅਤੇ ਟੋਟਲ ਆਰਡਰ ਆਫ ਰਿਐਕਸ਼ਨ। ਸੈਕੰਡ ਕਹਿੰਦੇ ਰੇਟ ਲਾਅ ਐਕਸਪ੍ਰੈਸ਼ਨ ਫਾਈਂਡ ਕਰੋ ਇਹਦਾ। ਥਰਡ ਕਹਿੰਦੇ ਰੇਟ ਕਾਂਸਟੈਂਟ ਫਾਈਂਡ ਕਰੋ। ਤਾਂ ਆਪਾਂ ਸਟਾਰਟ ਕਰਦੇ ਹਾਂ। ਆਪਾਂ ਨੂੰ ਉੱਥੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਉਹ ਸਿੰਪਲ ਆਪਾਂ ਜਿਹੜੇ ਤੁਹਾਨੂੰ ਮੈਥਡ ਦੱਸੇ ਹੋਏ ਆ ਜਸਟ ਉਹੀ ਚੇਤੇ ਰੱਖਣੇ ਆ, ਉਹਨਾਂ ਦੇ ਬੇਸਿਸ ਦੇ ਉੱਪਰ ਆਪਣੇ ਸਾਰੇ ਨਿਊਮੈਰੀਕਲ MCQ ਸਭ ਸੋਲਵ ਹੋ ਜਾਣਗੇ। ਇੱਕ ਗੱਲ ਦਾ ਪਤਾ ਕਿ ਰੇਟ ਆਫ ਰਿਐਕਸ਼ਨ ਕੀ ਹੁੰਦਾ ਹੈ K × ਕੰਸਨਟ੍ਰੇਸ਼ਨ। NO ਲੈ ਲਿਆ ਮੈਂ, Br2 ਲਾਤਾ। ਆਰਡਰ ਫਾਈਂਡ ਕਰਨਾ, ਉਹਦੀ ਪਾਵਰ ਲੈਟ x ਤੇ y ਹੈ। ਫਿਰ ਉਹੀ ਇਨੀਸ਼ੀਅਲ ਰੇਟ ਮੈਥਡ ਆ, ਐਕਸਪੈਰੀਮੈਂਟ ਨੰਬਰ ਸੈਕੰਡ ਅਪੋਨ ਐਕਸਪੈਰੀਮੈਂਟ ਨੰਬਰ ਫਸਟ, ਇਹਨੂੰ ਯੂਜ਼ ਕੀਤਾ ਇਸ ਇਕੁਏਸ਼ਨ ਨੂੰ। ਇਹਦੇ ਵਿੱਚ K × ਸੈਕੰਡ ਦੇ ਵਿੱਚ ਇਹਦੀ NO ਦੀ ਕੰਸਨਟ੍ਰੇਸ਼ਨ 0.20 ਹੈ, 0.20 ਰੇਜ਼ ਟੂ ਪਾਵਰ x ਹੋ ਗਿਆ। ਇਹਦੀ Br2 ਦੀ 0.10 ਹੈ, ਉਹਦੀ ਰੇਜ਼ ਟੂ ਪਾਵਰ y ਹੋ ਗਿਆ। ਫਿਰ ਨੀਚੇ ਐਕਸਪੈਰੀਮੈਂਟ 1 ਦੇ ਵਿੱਚ 0.10 ਰੇਜ਼ ਟੂ ਪਾਵਰ x ਹੋ ਗਿਆ, 0.10 ਰੇਜ਼ ਟੂ ਪਾਵਰ y ਹੋ ਗਿਆ। ਅਤੇ ਇਹਨਾਂ ਦੇ ਕਰਸਪੋਂਡਿੰਗ ਜਿਹੜਾ ਇਨੀਸ਼ੀਅਲ ਰੇਟ ਆ ਉਹ
5.2 10⁻⁻6 है, 1.3 10⁻⁻6 है। जो टर्म कट्टियाँ गई वो कट्टियाँ आप रिमेनिंग अपने को 0.20/0.10 रह गया लैफ्ट साइड पर, जिन्होंने आप 2/1 भी कह सकते हैं, कहने का भाव 2⁻x हो गया। तो इनू जो कटोगे 10⁻6 तो अपना कट ही गया, रह के गया 5.2/1.3 तो डिवाइड जो करा तो 4 वैल्यू आती है। 4 में आप लिख सकते हैं 2⁻2 लिख सकते हैं, कहने का भाव 2⁻x = 2⁻2 x की वैल्यू 2 ऑर्डर अकॉर्डिंग टू x मतलब NO का जो आप उपर स्टैचोमैट्रिक लिया ये अकॉर्डिंग ऑर्डर की होगा सैकेंड ऑर्डर रिएक्शन बनते हैं। फिर नैक्सट BR2 के अकॉर्डिंग लैन के लिए आप करा एक्सपैरीमेंट नंबर 3 डिवाइड बाय एक्सपैरीमेंट नंबर 2 वही चीज़ सेम पैटर्न से के थर्ड के जी वैल्यूज़ ने आ देखो डाटा के दित्तियां हुई NO की 0.20 है तो BR2 की 0.30 है, सैकेंड के 0.20 तो 0.10 है जी। तो ये मैं एज इट इज़ इत्थे लिख लिया। तो इन्हां दा जिहड़ा रेट ऑफ रिएक्शन है 1.56 × 10⁻⁻5 है, ध्यान रखिए इहदा 5.2 10⁻⁻6 है जो के ना के कट गया सेम सी टर्म 0.20 ये कट गए तो जस्ट 3/1 रह गया, मतलब 3⁻y रह गया इज इक्वल टू आ की है 1.56 10⁻⁻5 है, 5.2 10⁻⁻6 है। इन्हों मैं इक्वल 10⁻⁻ करने के लिए 1.56 ਨੂੰ मैं 15.6 ਦੇ ਵਿੱਚ कन्वर्ट कर लिया इंटू 10⁻⁻6 हो गया, नीचे 5.2 10⁻⁻6 हो गया कट गए तो 5.2 × 3 कितना होता है 15.6 कहने का भाव 10⁻y इज इक्वल 3⁻y इज इक्वल टू 3⁻1 आ गया तो y इज इक्वल टू 1 आ गया। सो ऑर्डर ऑफ रिएक्शन कोरस्पोंडिंग टू y जिहड़ा y की है BR2 y की है जी इत्थे देखो BR ब्रोमीन का जोड़ा है वो 1 आ गया तो ओवरऑल ऑर्डर ऑफ रिएक्शन अपने को बन जूगी जी x + y दैट इज़ 2 + 1 थर्ड ऑर्डर रिएक्शन। फर्स्ट पार्ट क्लीयर हो गया। सैकेंड पार्ट इन्होंने की किया सी रेट लॉ लिखो। रेट लॉ लिखना कोई मुश्किल नहीं होंदा, आपको पता रेट ऑफ रिएक्शन की होंदा K × कंसनट्रेशन रेस टू पार जिहड़े ऑर्डर होंदे ने। लिख लिया मैं रेट वैल्यू नहीं पुट करने की लोड़, सिर्फ ऑर्डर की वैल्यू पुट करने की जरूरत होंदी है रेट लॉ लिखने के लिए, ध्यान रखियो। तो रेट इज इक्वल टू K × कंसनट्रेशन NO ले लो एज इट इज़, कोई लिखने की वैल्यू जरूरत नहीं, ऑर्डर दसना है 2 आ गया तो सिमिलरली ब्रोमीन के अकॉर्डिंग 1 आ गया जी। ठीक है, सैकेंड पार्ट अपना कंप्लीट हो गया। थर्ड पार्ट की आप गल करते हैं कि इन्होंने रेट कॉन्सटेंट फाइंड करना है। जो आप रेट कॉन्सटेंट फाइंड करांगे अपन पता रेट ऑफ रिएक्शन की होंदा, इसे यूज़ कर लो K × कंसनट्रेशन। तो रेट कॉन्सटेंट K होंदा वो की हो जाएगा रेट अपॉन कंसनट्रेशन। रेट अपॉन कंसनट्रेशन लिखती कोई भी हुण तक जिन्ने एक्सपैरीमेंट लेने तिन्ने एक्सपैरीमेंटों के विचों कोई भी रेट ले लो तो वो कोरस्पोंडिंग कंसनट्रेशन ले लैनी है। लैट मैं रेट फस्ट जो एक्सपैरीमेंट है वो अकॉर्डिंग ही ले लेना है 1.3 है देखो रेट 1.3 10⁻⁻6 है तो कंसनट्रेशन 0.10 ईजी है थोड़ी जी कैलकुलेशन तो मैं ले ली 1.3 10⁻⁻6 अपॉन 0.1 या 0.10 का स्केयर इंटू 0.1 लैके जी कैलकुलेशन आई है कि 1.3 10⁻³ आ गई है जी। ठीक है, ये अपने तीनों जोड़े है पार्ट कंप्लीट हो। ठीक है, उस तो बाद अपने को नैक्सट क्वेश्चन आता है जी। नैक्सट कैटागरी बड़ी इंपॉर्टेंट है, ये अगे 7 स्टार बना लो, बड़े क्वेश्चन मिलेंगे थानू। स्टेटमेंट पढ़न लगे कहता फस्ट ऑर्डर रिएक्शन है, ये फस्ट ऑर्डर रिएक्शन इज़ 20% कंप्लीट 20% कंप्लीट इन 10 मिनट। फाइंड द टाइम फॉर 75% कंप्लीशन। हुण इत्थे यूनिट मैथड ना ला दो क्योंकि कई स्टूडेंट्स की करते हैं यूनिटरी मैथड ला देंगे ने तो वो जो वैल्यू कढ़न की कोशिश करते हैं। याद रखियो इदां दे न्यूमेरिकल नूं आपां यूनिटरी मैथड के नाल नहीं जिहड़ा हैगा स्टडी कर सकते। रीज़न यही है क्योंकि ऑर्डर बहुत मैटर करता है। कई बार की होंदा ऑर्डर उन्होंने सैकेंड ऑर्डर देता फिर की करोगे, थर्ड ऑर्डर देता फिर की करोगे, जीरो ऑर्डर देता फिर की करोगे। कहने का भाव इनू सिस्टम के नाल चलियो। इन्होंने की कहा कहते फस्ट ऑर्डर रिएक्शन है तो आपको पता इनू किद्दां हैंडल करांगे। फस्ट ऑर्डर के लिए इक्वेशन तुहानूं पता है KT = 2.303 लॉग इनिशियल कंसनट्रेशन अपॉन फाइनल कंसनट्रेशन A0/8।
ਹੁਣ ਜਿਹੜਾ ਹੈਗਾ ਇਹ ਮੇਨ ਇਕੁਏਸ਼ਨ ਹੈ, ਬਟ ਤੁਹਾਨੂੰ ਮੈਂ ਇੱਕ ਸ਼ਾਰਟਕਟ ਦਿੱਤਾ ਹੋਇਆ ਸੀਗਾ ਕਿ ਇਨ ਟਰਮਸ ਆਫ ਪਰਸੈਂਟੇਜ, ਮਤਲਬ ਅਲਫਾ ਅਗਰ ਗਿਵਨ ਹੈ, ਪਰਸੈਂਟੇਜ ਗਿਵਨ ਹੈ, ਤਾਂ ਇਕੁਏਸ਼ਨ ਥੋੜੀ ਜਿਹੀ ਆਪਣੀ ਆਸਾਨ ਬਣ ਜਾਂਦੀ ਹੈ। ਉਹਦੇ 'ਚ ਡਾਇਰੈਕਟ ਵੈਲਿਊ ਪੁੱਟ ਕਰਾਂਗੇ। ਇਕੁਏਸ਼ਨ ਕੀ ਬਣ ਜਾਂਦੀ ਹੈ, KT ਇਜ਼ ਇਕੁਅਲ ਟੂ 2.303 log 1/1 ਮਾਈਨਸ ਅਲਫਾ ਵਾਲੀ ਇਕੁਏਸ਼ਨ ਯਾਦ ਕਰੋ ਥਿਊਰੀ ਦੇ ਵਿੱਚ, ਉਹ ਮੈਂ ਯੂਜ਼ ਕਰ ਲਈ ਤਾਂ K ਐਜ਼ ਇਟ ਇਜ਼ ਲਿਖ ਲਿਆ ਹੈ ਨਾ, ਕਿਉਂਕਿ ਮੈਨੂੰ K ਦੀ ਵੈਲਿਊ ਨਹੀਂ ਪਤਾ। ਇਹਨਾਂ ਨੇ ਕੀ ਕਿਹਾ 10 ਮਿੰਟ ਟਾਈਮ ਹੈ, 10 ਮਿੰਟ ਲੈ ਲਿਆ। 2.303 1/1 ਮਾਈਨਸ ਅਲਫਾ ਕਿੰਨਾ 20% ਕੰਪਲੀਟ ਹੁੰਦਾ, ਤਾਂ ਅਲਫਾ 0.20 ਹੋ ਗਿਆ। ਕਹਿਣ ਦਾ ਭਾਵ 2.303 log 100 1/1 ਮਾਈਨਸ 20 ਨੂੰ ਕੀ ਲਿਖ ਸਕਦਾ ਹੈ, 1 ਮਾਈਨਸ 20 0.20 ਕਿੰਨਾ ਹੋ ਗਿਆ 0.80 ਹੈ ਨਾ। 0.80 ਜਿਹੜਾ ਹੈਗਾ 80/100 ਹੋ ਗਿਆ, ਤਾਂ 100 ਕੀ ਹੋ ਗਿਆ ਉੱਪਰ ਚਲਾ ਗਿਆ। ਕਹਿਣ ਦਾ ਭਾਵ log 100/80 ਹੋ ਗਿਆ, ਜਿਹੜਾ ਕੱਟ ਕਟਾ ਕੇ log 5/4 ਰਹਿ ਗਿਆ। ਤਾਂ ਇਹਨੂੰ ਮੈਂ ਯੂਜ਼ ਕੀਤਾ 2.303 log 5 ਮਾਈਨਸ log 4। ਹੁਣ log 5 ਦੀ ਵੈਲਿਊ ਤੁਹਾਨੂੰ ਪਤਾ ਕਿੰਨੀ ਹੁੰਦੀ ਹੈ 0.6989 ਮਾਈਨਸ log 4 ਦੀ ਵੈਲਿਊ ਜਿਹੜੀ ਹੁੰਦੀ ਆ ਉਹ ਕੀ ਹੁੰਦੀ ਆ -6020 ਹੁੰਦੀ ਆ। ਤਾਂ ਇਹਨੂੰ ਯੂਟੀਲਾਈਜ਼ ਕੀਤਾ 0.0969 ਜਿਹੜਾ ਇਹਦੀ ਵੈਲਿਊ ਹੈ, ਠੀਕ ਹੈ ਜੀ। ਤਾਂ ਕੈਲਕੂਲੇਟ ਕੀਤਾ ਤਾਂ K ਦੀ ਵੈਲਿਊ ਕਿੰਨੀ ਆ ਗਈ 0.0223 ਆ ਗਈ ਆਪਣੇ ਕੋਲ। ਕਲੀਅਰ ਹੈ ਜੀ। ਤਾਂ ਆਪਾਂ ਨੂੰ ਇੱਕ ਗੱਲ ਦਾ ਪਤਾ K ਦੀਆਂ ਜਿਹੜੀਆਂ ਆਪਾਂ ਕਰੈਕਟਰਿਸਟਿਕਸ ਕੀਤੀਆਂ ਸੀਗੀਆਂ ਕਿ K ਕਿਸੇ ਇੱਕ ਰਿਐਕਸ਼ਨ ਦੇ ਲਈ ਇੱਕ ਪਾਰਟੀਕੂਲਰ ਟੈਂਪਰੇਚਰ ਦੇ ਉੱਤੇ ਇਹਦੀ ਵੈਲਿਊ ਕਾਂਸਟੈਂਟ ਹੁੰਦੀ ਆ। ਹੁਣ ਨਾ ਤਾਂ ਇਹਨਾਂ ਨੇ ਟੈਂਪਰੇਚਰ ਚੇਂਜ ਕੀਤਾ ਨਾ ਰਿਐਕਸ਼ਨ ਚੇਂਜ ਕੀਤਾ, ਇਟ ਮੀਨਸ ਇਹ K ਦੀ ਵੈਲਿਊ ਅਗਲੇ ਪਾਰਟ ਦੇ ਲਈ ਵੀ ਸੇਮ ਰਹੂਗੀ। ਤਾਂ ਮੈਂ ਇੱਥੋਂ K ਫਾਈਂਡ, ਪਹਿਲਾਂ ਕੀ ਸੀ ਟਾਈਮ ਦਿੱਤਾ ਸੀ K ਨਹੀਂ ਸੀ, ਹੁਣ K ਮੈਂ ਇੱਥੋਂ ਫਾਈਂਡ ਕਰਕੇ ਉਹੀ ਰਿਐਕਸ਼ਨ ਆ ਉਹੀ ਟੈਂਪਰੇਚਰ ਆ ਤਾਂ ਮੈਂ ਟਾਈਮ ਫਾਈਂਡ ਕਰ ਲੂੰਗਾ। ਤਾਂ ਫਿਰ ਮੈਂ ਯੂਜ਼ ਕੀਤਾ K ਕਿੰਨਾ ਆ ਗਿਆ ਹੁਣੀ ਫਾਈਂਡ ਕੀਤਾ 0.0223 ਹੈ, T ਐਜ਼ ਇਟ ਇਜ਼ ਰੱਖ ਲਿਆ log 2.303 log 1/75% ਦੇ ਲਈ ਹੈ 1/1 ਮਾਈਨਸ 0.75, 1 ਮਾਈਨਸ 0.75 ਕਿੰਨਾ ਹੋ ਗਿਆ 25 ਹੋ ਗਿਆ ਪੁਆਇੰਟ ਹੈ ਨਾ। ਤਾਂ 0.25 ਨੂੰ ਕੀ ਲਿਖ ਸਕਦਾ 25/100, 100 ਮੈਂ ਸਿੱਧਾ ਉੱਪਰ ਲੈ ਗਿਆ ਤਾਂ log 4 ਹੀ ਆ ਗਿਆ। ਕਹਿਣ ਦਾ ਭਾਵ log 4 ਦੀ ਵੈਲਿਊ ਕੀ ਹੁੰਦੀ ਹੈ 2 log 2, log 2 ਦੀ 0.3010 ਤਾਂ log 4 ਦੀ ਕਿੰਨੀ ਹੋ ਜੂਗੀ ਡਬਲ ਹੋ ਜਾਏਗੀ 0.6020 ਹੋ ਜਾਏਗੀ ਜੀ। ਜਸਟ ਕੈਲਕੂਲੇਟ ਕੀਤਾ ਤਾਂ 2.303 T ਇਜ਼ ਇਕੁਅਲ ਟੂ 1.39 ਆ ਗਿਆ। T ਦੀ ਵੈਲਿਊ ਨੂੰ ਡਿਵਾਈਡ ਕਰਕੇ 62.2 ਮਿੰਟ ਇਹਦਾ ਆਨਸਰ ਆ ਗਿਆ ਜੀ। ਹੋਪ ਕਿ ਤੁਹਾਨੂੰ ਇਹ ਕੈਟਾਗਰੀ ਸਮਝ ਆ ਗਈ। ਨੈਕਸਟ ਕੁਐਸਚਨ ਇਸੇ ਕੈਟਾਗਰੀ ਦਾ ਥੋੜਾ ਜਿਹਾ ਚੇਂਜ ਕਰ ਰਿਹਾ ਮੈਂ। ਉਹਦੇ ਵਿੱਚ ਕੀ ਹੈਗਾ ਕਹਿੰਦਾ ਕੁਐਸਚਨ ਹੈ ਕਹਿੰਦਾ ਰੇਟ ਕਾਂਸਟੈਂਟ ਫॉर ਫਸਟ ਆਰਡਰ ਰਿਐਕਸ਼ਨ। ਮੈਂ ਯੂਨਿਟਰੀ ਨਾ ਲਾਇਓ ਤੁਸੀਂ, ਕਿਉਂ ਬਾਰ-ਬਾਰ ਕਹਿੰਦੇ ਕਿਉਂਕਿ ਆਰਡਰ ਕੈਨ ਵੀ ਚੇਂਜ। ਹੁਣ ਆਪਾਂ ਨੂੰ ਫਸਟ ਕਹਿ ਰਹੇ ਨੇ ਤਾਂ ਆਪਾਂ ਸਿੱਧੀ ਡਾਇਰੈਕਟ ਰਿਐਕਸ਼ਨ ਯੂਜ਼ ਕਰ ਰਹੇ ਹਾਂ। ਤਾਂ ਸਮਝ ਲਿਓ ਪਹਿਲਾਂ ਵੀ ਆਰਡਰ ਕਿਹੜਾ ਹੈਗਾ ਰਿਐਕਸ਼ਨ ਦਾ। ਇੱਥੇ ਤਾਂ ਆਪਾਂ ਨੂੰ ਗਿਵਨ ਦਿੱਤੇ ਹੋਏ ਨੇ, ਕਈ ਵਾਰੀ ਉਹ ਰੇਟ ਕਾਂਸਟੈਂਟ ਦੇ ਯੂਨਿਟ ਵੀ ਦੇਣਗੇ, ਉੱਥੋਂ ਪਤਾ ਲੱਗ ਜਾਏਗਾ ਕਿ ਆਰਡਰ ਕਿਹੜਾ ਹੈ ਨਾ। ਚਲੋ the rate constant for the first order reaction is 60 per second। ਦੇਖੋ ਯੂਨਿਟ ਤੋਂ ਹੀ ਪਤਾ ਚੱਲਦਾ ਹੈ, ਪਿੱਛੇ ਥਿਊਰੀ 'ਚ ਕੀਤਾ ਹੈਗਾ ਫਰੋਮ ਦਾ ਯੂਨਿਟ ਆਫ ਰੇਟ ਕਾਂਸਟੈਂਟ ਆਪਾਂ ਆਰਡਰ ਫਾਈਂਡ ਕਰ ਸਕਦੇ ਹਾਂ। ਉੱਥੇ ਮੈਂ ਕਰਾਇਆ ਸੀ K ਦੇ ਯੂਨਿਟ ਜਦੋਂ ਪਰ ਟਾਈਮ ਆਉਂਦਾ ਜਾਂ ਪਰ ਸੈਕਿੰਡ ਹੋਵੇ ਪਰ ਮਿੰਟ ਹੋਵੇ, ਮਤਲਬ ਟਾਈਮ ਦਾ ਇਨਵਰਸ ਹੁੰਦਾ, ਉਦੋਂ ਫਸਟ ਆਰਡਰ ਬਣ ਜਾਂਦੀ ਆ। ਤਾਂ 60 ਪਰ ਸੈਕਿੰਡ ਇਟ ਮੀਨਸ ਇਹ ਫਸਟ ਆਰਡਰ ਹੈਗੀ ਆ। How much time will it take to reduce the concentration of the reactant to 1/16th? Initial concentration ਦਾ 1/16th ਖਤਮ ਕਰਨ ਦੇ ਲਈ ਕਿੰਨਾ ਟਾਈਮ ਲਊਗਾ ਇਹ ਵਾਲਾ ਰਿਐਕਸ਼ਨ। ਇਹ ਕੁਐਸਚਨ ਹੈ, ਘਬਰਾਉਣਾ ਨਹੀਂ, ਬੜਾ ਆਸਾਨ ਹੈ। ਜੋ ਸ਼ਾਰਟਕਟ ਦਿੱਤੇ ਨੇ, ਜੋ ਕਰਾਈ ਹੈ ਥਿਊਰੀ ਉਸੇ ਨੂੰ ਧਿਆਨ 'ਚ ਰੱਖਣਾ, ਉਹਦੇ ਨਾਲ ਸਾਰਾ ਤੁਹਾਡਾ ਸੌਰਟ ਆਊਟ ਹੋਏਗਾ ਹੀ ਹੋਏਗਾ। ਲਓ ਜੀ ਉਹੀ ਚੀਜ਼ ਲਊਂਗਾ, ਕੋਈ ਪੁਰਾਣੀ ਨਹੀਂ ਲੈਂਦਾ। ਹੁਣ ਮੈਂਸ਼ਨ ਕਰ ਦਿੰਦਾ A0 ਕੀ ਹੋ ਗਿਆ ਇਨੀਸ਼ੀਅਲ ਕੰਸਨਟ੍ਰੇਸ਼ਨ, AT ਕੀ ਹੁੰਦਾ ਫਾਈਨਲ। ਹੁਣ ਇਹਨਾਂ ਨੇ ਫਾਈਨਲ ਕੀ ਕਿਹਾ ਹੈਗਾ 1/6 ਆਫ ਇਨੀਸ਼ੀਅਲ ਕਿੰਨਾ ਰਿਡਿਊਸ 1/6 ਜਦੋਂ 16th ਜਦੋਂ ਰਿਡਿਊਸ ਹੋ ਜੂਗਾ, ਮਤਲਬ ਫਾਈਨਲ ਕੰਸਨਟ੍ਰੇਸ਼ਨ ਕੀ ਹੋਈ ਜੀ ਇਨੀਸ਼ੀਅਲ ਦਾ 1/16th। ਬਸ ਇਹ ਦੋ ਚੀਜ਼ਾਂ ਪਤਾ ਲੱਗ ਗਈਆਂ, ਯੂਜ਼ ਕਰ ਲਓ। ਮੇਨ ਇਕੁਏਸ਼ਨ ਕੀ ਹੈ KT ਇਜ਼ ਇਕੁਅਲ ਟੂ 2.303 log ਇਨੀਸ਼ੀਅਲ ਅਪੋਨ ਫਾਈਨਲ। ਇਨੀਸ਼ੀਅਲ A0 ਲਿਖ ਲਈ ਮੈਂ, ਫਾਈਨਲ A0 ਅਪੋਨ 16 ਲਿਖ ਲਿਆ। ਉਸ ਤੋਂ ਬਾਅਦ ਇਹਨੂੰ ਯੂਜ਼ ਕਰ ਰਹੇ ਹਾਂ, A0 ਨਾਲ A0 ਕੱਟ ਜੂਗਾ, ਮਤਲਬ ਜਸਟ 16 ਰਹਿ ਜੂਗਾ। KT ਇਜ਼ ਇਕੁਅਲ ਟੂ 2.303 log 16।
KT इज इक्वल टू 2.3303 log 16 ਨੂੰ ਕੀ ਲਿਖ ਸਕਦਾ ਮੈਂ 4 raised to power 2 ਹੈ ਨਾ 4 raised to power 2 ਤਾਂ log m raised to power n ਦਾ ਇੱਕ ਫਾਰਮੂਲਾ ਹੁੰਦਾ ਹੈ n log m ਕਹਿਣ ਦਾ ਭਾਵ ਇਹ 2 log 4 ਬਣ ਜੂਗਾ log 4 ਦੀ ਵੈਲਿਊ 0.6020 ਹੈ ਕੈਲਕੂਲੇਸ਼ਨ ਕਰਕੇ KT ਦੀ ਵੈਲਿਊ 2.77 ਆ ਗਈ ਜੀ ਤਾਂ T ਦੀ ਵੈਲਿਊ ਕਿੰਨੀ ਹੋਊਗੀ 2.77 ਅਪੋਨ K ਦੀ ਵੈਲਿਊ ਪਿੱਛੇ ਇਹਨਾਂ ਨੇ 60 ਦਿੱਤੀ ਹੋਈ ਹੈ ਕੁਐਸਚਨ ਦੇ ਵਿੱਚ ਡਿਵਾਈਡ ਕਰਕੇ ਜਸਟ 0.046 ਸੈਕਿੰਡ ਜਾਂ 0.05 ਸੈਕਿੰਡ ਤੁਸੀਂ ਇਹਦਾ ਆਨਸਰ ਦੇ ਸਕਦੇ ਹੋ। ਇਹਦੇ ਨਾਲ ਇਹ ਅੱਜ ਦੀ ਜਿਹੜੀ ਕੁਝ ਕੈਟਾਗਰੀ ਆਪਾਂ ਡਿਸਕਸ ਕਰਨੀ ਸੀਗੀ ਨਿਊਮੈਰੀਕਲ ਦੀ ਇਹਨਾਂ ਨਾਲ ਹੋਪ ਕਿ ਸਮਝ ਆ ਗਿਆ ਹੋਊਗਾ ਤੇ ਚੰਗੀ ਤਰ੍ਹਾਂ ਨੋਟਸ ਵਗੈਰਾ ਬਣਾਓ। ਓਕੇ, ਆਲ ਦੀ ਬੈਸਟ।